ਸਾਡੇ ਸਿੱਖ ਭਰਾ ਜਿਹੜੇ ਇਸ ਵਕਤ ਭਾਰਤੀ ਪੰਜਾਬ ਦੇ ਵਿੱਚ ਇਕੱਠੇ ਹੋ ਕੇ ਇhtਜਾਜ ਕਰ ਰਹੇ ਨੇ ਆਪਣੇ ਮੁਤਾਲਬਾਤ ਦੇ ਹੱਕ ਦੇ ਵਿੱਚ, ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਦਾ। ਔਰ ਅੱਜ ਦੀ ਜਿਹੜਾ ਇਹ ਪ੍ਰੋਗਰਾਮ ਹੈ, ਇਹ ਆਵਾਜ਼ ਹੈ, ਇਹਦਾ ਮਕਸਦ ਹਾਲਾਂਕਿ ਸਾਡਾ ਜਿਹੜਾ ਚੈਨਲ ਹੈਗਾ ਇਹ ਉਰਦੂ ਦੇ ਵਿੱਚ ਟਰਾਂਸਮਿਸ਼ਨ ਪੇਸ਼ ਕਰਦਾ, ਲੇਕਿਨ ਅਸੀਂ ਤੁਹਾਡਾ ਇhtਜਾਜ ਦਾ ਹਿੱਸਾ ਬਣਨ ਲਈ ਅਸੀਂ ਇਹਦੀ ਸਪੈਸ਼ਲ ਪੰਜਾਬੀ ਦੇ ਵਿੱਚ ਜਿਹੜੀ ਟਰਾਂਸਮਿਸ਼ਨ ਹੈ ਇਹ ਅਸੀਂ ਪੇਸ਼ ਕਰ ਰਹੇ ਹਾਂ। ਅਤੇ ਇਸ ਹਵਾਲੇ ਨਾਲ ਅਸੀਂ ਬਾਬਾ ਨਜਮੀ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਦੇ ਤੁਸੀਂ ਸ਼ੇਅਰ ਆਪਣੇ ਇhtਜਾਜ ਦੇ ਵਿੱਚ ਆਪਣੇ ਕੈਂਪਾਂ 'ਚ ਜਿਨ੍ਹਾਂ ਦੀਆਂ ਤੁਸੀਂ ਫੋਟੋਆਂ ਲਾਈਆਂ, ਜਿਨ੍ਹਾਂ ਦੇ ਤੁਸੀਂ ਇhtਜਾਜ ਦਾ ਤੁਹਾਡਾ ਹਿੱਸਾ ਹੈਗਾ, ਅਸੀਂ ਉਹਨਾਂ ਨਾਲ ਵੀ ਖਸੂਸੀ ਗੱਲ ਕੀਤੀ ਹੈ। ਹੱਥ ਰੱਖਦੇ ਨੇ ਔਰ ਜਿਹੜਾ ਤੁਸੀਂ ਉਹਨਾਂ ਨੂੰ ਮੁਹੱਬਤਾਂ ਦਿੱਤੀਆਂ ਨੇ ਉਹਦੇ ਬਾਰੇ 'ਚ ਉਹਨਾਂ ਦਾ ਤਾਸਰਾਤ ਲੈਂਦੇ ਹਾਂ। ਅਤੇ ਆਇਓ ਬਾਬਾ ਨਜਮੀ ਸਾਹਿਬ ਜੀ ਦੱਸੋ। ਇਹ ਉਹਨਾਂ ਦੀ ਮੁਹੱਬਤ ਹੈ। ਇਸ ਤੋਂ ਪਹਿਲੇ ਵੀ ਮਤਲਬ ਕਿ ਉੱਥੇ ਮੇਰੀਆਂ ਕਿਤਾਬਾਂ ਵੀ ਜਿਹੜੀਆਂ ਛਪ ਚੁੱਕੀਆਂ ਨੇ ਔਰ ਮੁਖਤਲਿਫ ਐਡੀਸ਼ਨ ਛਪ ਚੁੱਕੇ ਨੇ ਔਰ 3 ਪਬਲਿਸ਼ਰਾਂ ਨੇ ਛਾਪੀਆਂ ਨੇ ਕਿਤਾਬਾਂ ਮੇਰੀਆਂ। ਬਹਰਹਾਲ ਉਹ ਗੁਰਮੁਖੀ ਦੇ ਵਿੱਚ ਛਾਪੀਆਂ ਨੇ। ਹੁਣ ਚੂँਕਿ ਇਹ ਇhtਜਾਜ ਜਦੋਂ ਦਾ ਸ਼ੁਰੂ ਹੋਇਆ ਇਹਦੇ ਵਿੱਚ ਉਹਨਾਂ ਦੀ ਮੁਹੱਬਤ ਹੈ ਕਿ ਉਹਨਾਂ ਨੇ ਮੇਰੇ ਪੋਸਟਰ ਔਰ ਤਸਵੀਰਾਂ ਔਰ ਨਜ਼ਮਾਂ ਗਾਈਆਂ ਵੀ ਨੇ। ਤਸਵੀਰਾਂ ਔਰ ਪੋਸਟਰ ਚੁੱਕ ਕੇ ਆਪਣੇ ਨਾਲ ਲੈ ਕੇ ਤੁਰ ਰਹੇ ਉਹਨਾਂ ਕੈਂਪਾਂ ਦੇ ਵਿੱਚ। ਸਾਹਮਣੇ ਜਿਹੜਾ ਉਹਨਾਂ ਨੇ ਕੈਂਪ ਲਾਏ ਹੋਏ ਨੇ ਉਹਨਾਂ ਦੇ ਸਾਹਮਣੇ ਮੇਰੇ ਪੋਸਟਰ, ਜਿਨ੍ਹਾਂ ਦੇ ਉੱਤੇ ਮੇਰੇ ਗੁਰਮੁਖੀ ਦੇ ਵਿੱਚ ਸ਼ੇਰ ਲਿਖ ਕੇ ਤੇ ਉਹਨਾਂ ਨੇ ਉਹ ਪੋਸਟਰ ਛਾਪੇ ਨੇ। ਇਹ ਮੇਰੇ ਵਾਸਤੇ ਬੜੀ ਉਹਨਾਂ ਦੀ ਵੀ ਮੁਹੱਬਤ ਹੈ। ਮੈਂ ਕਹਿੰਦਾ ਕਿ ਉਹਨਾਂ ਦਾ ਪਿਆਰ ਹੈ ਔਰ ਜਿਹੜੀ ਕੋਸ਼ਿਸ਼ ਕਰ ਦੁਆ ਹੈ ਕਿ ਜਿਹੜੀ ਜਦੋਜਹਿਦ ਉਹ ਇhtਜਾਜ ਜਿਹੜਾ ਕਰ ਰਹੇ ਨੇ, ਧਰਨਾ ਉਹਨਾਂ ਨੇ ਦਿੱਤਾ ਹੈ, ਉਹ ਕਾਮਯਾਬ ਹੋਣ ਔਰ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਉਹਨਾਂ ਦੇ ਮੁਤਾਲਬਾਤ ਮੰਨ ਲੈਣ। ਅਗਰ ਜਾਇਜ਼ ਮੁਤਾਲਬਾਤ ਨੇ ਤਾਂ ਮੰਨਣੇ ਚਾਹੀਦੇ ਨੇ, ਕਿਉਂਕਿ ਆਵਾਮ ਹੀ ਮੁਲਕ ਦੀ ਮੁਹਾਫਿਜ਼ ਹੁੰਦੀ, ਆਵਾਮ ਨਾਲ ਹੀ ਮੁਲਕ ਹੁੰਦੇ ਨੇ, ਦੇਸ਼ ਹੁੰਦੇ ਨੇ, ਵਤਨ ਹੁੰਦੇ ਨੇ। ਲੋਕਾਂ ਦੀ ਵਜ੍ਹਾ ਨਾਲ ਸਭ ਕੁਝ ਹੁੰਦਾ ਹੈ ਔਰ ਹਕੂਮਤਾਂ ਵੀ ਲੋਕਾਂ ਦੀ ਵਜ੍ਹਾ ਨਾਲ ਆਉਂਦੀਆਂ ਨੇ। ਲਿਹਾਜ਼ਾ ਆਵਾਮ ਦੀ ਗੱਲ ਹਕੂਮਤਾਂ ਨੂੰ ਮੰਨਣੀ ਚਾਹੀਦੀ ਹੈ ਔਰ ਉਹਦੇ 'ਤੇ ਜਿਹੜੇ ਉਹਨਾਂ ਦੇ ਮਤਲਬ ਕਿ ਜਾਇਜ਼ ਹੱਕ ਹੈ ਉਹਨਾਂ ਨੂੰ ਦੇਣਾ ਚਾਹੀਦਾ। 2014 ਦੇ ਵਿੱਚ ਤੁਹਾਡਾ ਮੁਜੱਸਮਾ ਭਾਰਤੀ ਪੰਜਾਬ 'ਚ ਨਸਬ ਕੀਤਾ ਗਿਆ, ਮੋਗਾ ਸ਼ਹਿਰ ਉਹਨਾਂ ਦਾ, ਉਹਦੇ ਬਾਰੇ 'ਚ ਸਾਨੂੰ ਥੋੜ੍ਹਾ ਜਿਹਾ ਦੱਸੋ। ਦਰਅਸਲ ਇਹ ਜਦੋਂ ਮੋਗਾ ਸ਼ਹਿਰ ਦੇ ਵਿੱਚ ਮੁਜੱਸਮਾ ਲੱਗਾ ਸੀ ਮੈਨੂੰ ਪਤਾ ਨਹੀਂ ਸੀ ਕਿ ਲੱਗਿਆ ਜਾਂ ਨਹੀਂ ਲੱਗਾ, ਲੇਕਿਨ ਚੂँਕਿ ਮੈਨੂੰ ਇੱਕ ਮੇਰੇ ਦੋਸਤ ਰਹਿੰਦੇ ਨੇ ਕੈਨੇਡਾ ਦੇ ਵਿੱਚ, ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਬਾਬਾ ਜੀ ਇੰਡੀਆ ਦੇ ਵਿੱਚ ਮੋਗਾ ਜਿਹੜਾ ਸ਼ਹਿਰ ਮੋਗਾ ਜਿਹੜਾ ਉੱਥੇ ਤੁਹਾਡਾ ਮੁਜੱਸਮਾ ਲਾਇਆ ਤਾਂ। ਮੈਂ ਕਿਹਾ ਮੁਜੱਸਮਾ ਤਾਂ ਬਹੁਤ ਵੱਡੇ ਲੋਕਾਂ ਦਾ ਲੱਗਦਾ, ਮੈਂ ਤਾਂ ਜੋ ਕੋਈ ਐਡਾ ਵੱਡਾ ਆਦਮੀ ਨਹੀਂ ਹੈ, ਪਰ ਮੈਨੂੰ ਯਕੀਨ ਨਹੀਂ ਆ ਰਿਹਾ ਕਿ ਮੈਨੂੰ ਕੋਈ ਤਸਵੀਰ ਭੇਜੋ। ਲਿਹਾਜ਼ਾ ਉਹਨਾਂ ਨੇ ਮੈਨੂੰ ਉੱਥੋਂ ਦੀ ਤਸਵੀਰ ਮੰਗਵਾਈ, ਫਿਰ ਉਹਨਾਂ ਨੇ ਮੈਨੂੰ ਤਸਵੀਰ ਭੇਜੀ ਔਰ ਉਹ ਮੈਂ ਦੇਖ ਕੇ ਹੈਰਾਨ ਹੋ ਗਿਆ। ਲੇਕਿਨ ਉਸ ਤੋਂ ਬਾਅਦ ਫਿਰ ਮੈਨੂੰ ਯਕੀਨ ਨਾ ਆਇਆ। ਮੈਂ ਕਿਹਾ ਜੀ ਉਹਨਾਂ ਨੂੰ ਕਹੋ ਜਿਸ ਸ਼ਖਸੀਅਤ ਨੇ ਇਹ ਮੇਰਾ ਮੁਜੱਸਮਾ ਲਾਇਆ ਹੈ ਉਹ ਆਣ ਔਰ ਆਣ ਕੇ ਦੱਸਣ ਕਿ ਕਿਉਂ ਲਾਇਆ। ਉਹ ਆਏ, ਉਹਨਾਂ ਦਾ ਨਾਮ ਮਨਜੀਤ ਸਿੰਘ ਗਿੱਲ ਹੈ। ਉਹਨਾਂ ਨੇ ਆਣ ਕੇ ਉੱਥੇ ਗੱਲਬਾਤ ਕੀਤੀ ਕਿ ਮੈਨੂੰ ਬਾਬਾ ਜੀ ਨਜਮੀ ਦੀ ਸ਼ਾਇਰੀ ਜਾਂ ਜੋ ਵੀ ਉਹ ਚੰਗੇ ਲੱਗਦੇ, ਲਿਹਾਜ਼ਾ ਇਹ ਮੈਂ ਜ਼ਮੀਨ ਸਿਰਫ ਲਈ ਇਸ ਵਾਸਤੇ ਕਿ ਜਿਹੜੇ ਵੀ ਉੱਥੇ ਅਬੁਲ ਕਲਾਮ ਆਜ਼ਾਦ ਦਾ ਵੀ ਮੁਜੱਸਮਾ ਲੱਗਾ ਹੋਇਆ, ਉੱਥੇ ਇੱਕ ਹੋਰ ਸ਼ਖਸੀਅਤ ਨੇ ਉਹਨਾਂ ਦਾ ਵੀ ਮੁਜੱਸਮਾ ਲੱਗਾ ਹੋਇਆ ਲੇਕਿਨ ਪਹਿਲਾ ਮੁਜੱਸਮਾ ਉੱਥੇ ਉਹਨਾਂ ਨੇ ਮੇਰਾ ਲਾਇਆ ਸੀ ਔਰ ਉਹ ਉਹਨਾਂ ਦੀ ਜ਼ਮੀਨ ਜ਼ਾਤੀ ਹੈ, ਮਤਲਬ ਕਿ ਗੌਰਮੈਂਟ ਦੀ ਜ਼ਮੀਨ ਨਹੀਂ ਹੈ। ਉਹਨਾਂ ਨੇ ਆਪਣੇ ਕੋਲੋਂ ਲੈ ਕੇ ਉਹ ਪ੍ਰੋਫੈਸਰ ਵੀ ਨੇ ਅਤੇ ਨਾਲ ਮੁਜੱਸਮਾ ਸਾਜ਼ ਵੀ ਨੇ। ਅਤੇ ਲੇਕਿਨ ਜਦੋਂ ਉੱਥੇ ਪਾਕਿਸਤਾਨ 'ਚ ਇਸ ਗੱਲ ਦਾ ਪਤਾ ਲੱਗਾ ਮੇਰੇ ਦੋਸਤਾਂ ਨੂੰ ਔਰ ਇਹਦੀ ਖਬਰ ਸਭ ਤੋਂ ਪਹਿਲੇ ਸ਼ਾਹ ਜ਼ੇਬ ਖਾਨਜ਼ਾਦਾ ਸਾਹਿਬ ਜਿਹੜੇ ਨੇ ਉਹਨਾਂ ਨੇ ਇਹ ਖਬਰ ਜੀਓ 'ਤੇ ਚਲਾਈ, ਆਪਣਾ ਪ੍ਰੋਗਰਾਮ ਕਰ ਰਹੇ ਸਨ, ਉਹਨਾਂ ਨੂੰ ਖਬਰ ਉਪੜੀ ਔਰ ਉਹਨਾਂ ਨੇ ਆਪਣਾ ਪ੍ਰੋਗਰਾਮ ਰੋਕ ਕੇ ਮੇਰੀ ਇਹ ਖਬਰ ਚਲਾਈ ਔਰ ਬੜੀ ਹੀ ਮਜ਼ਬੂਤ ਖਬਰ ਪੂਰੇ ਪਾਕਿਸਤਾਨ ਦੇ ਵਿੱਚ ਉਹ ਖਬਰ ਚੱਲੀ। ਔਰ ਉਹਦੇ ਬਾਅਦ ਮੇਰੇ ਸੱਜਣਾ ਨੇ ਮੇਰੇ ਜ਼ਿਲ੍ਹੇ 'ਚ ਅਵਾਮੀ ਲੋਕ ਉਹਦੇ 'ਚ ਪ੍ਰੈਸ ਕਲੱਬ ਵੀ ਸ਼ਾਮਲ ਸਨ, ਉਹਦੇ 'ਚ ਲੇਬਰ ਪਾਰਟੀ ਵੀ ਔਰ ਹੋਰ ਤਨਜ਼ੀਮਾਂ ਨੇ ਮਿਲ ਕੇ ਇੱਕ ਬਹੁਤ ਵੱਡਾ ਪ੍ਰੋਗਰਾਮ ਅਲਹਮਰਾ ਹਾਲ 'ਚ ਕੀਤਾ, ਜਿਸ ਤਕਰੀਬਨ 1000-1200 ਲੋਕ ਇਕੱਠੇ ਹੋਏ। ਉਹਦੇ 'ਚ ਕਮਰ ਜ਼ਮਾਨ ਕਹਿਰਾ ਸਾਹਿਬ ਔਰ ਸੁਹੇਲ ਅਹਿਮਦ ਬੜੈਚ ਸਾਹਿਬ, ਸ਼ੌਕਤ ਅਲੀ ਸਿੰਗਰ, हामिद अली खान साहब और इस तो अलावा होर लोग भी, अदीब शायर नज़ीर कैसर साहब भी आए
और मैं बोल के कहता मतलब मेरे जिन्हें सज्जन सन वो आए और बहुत अच्छा प्रोग्राम होया। तारीख से कहने ने एडा अच्छा प्रोग्राम नहीं होया कि 1000-1200 आदमी मतलब कि शायद प्रोग्राम से आया हो। ने मैंने बहुत मोहब्बत दी आज तक बेशुमार, बल्कि सिंध तो लैके कराची तो लैके लाहौर शामिल जितने भी पंजाबी और मजदूर तबके की खसूसन गल होंगी उत्थे मैंने लोग याद करते हैं और प्यार करते हैं। और मेरी सारी हयाती भी मजदूर किसाना और गरीब महातर माड़िया की हीर मैं लिखना और इंशाल्लाह जब तक हयाती है मैं लिखता रहूँगा। बहुत ਬਾਬਾ ਜੀ ਉਹ ਜਿਹੜਾ ਸ਼ੇਰ ਤੁਹਾਡਾ ਬਾਰ-ਬਾਰ ਉੱਥੇ ਸੁਣਾਇਆ ਜਾ ਰਿਹਾ ਭਾਰਤੀ ਕਿਸਾਨਾਂ ਨੂੰ, ਉਹ ਤੇ ਜ਼ਰਾ ਪੜ੍ਹ ਕੇ ਸੁਣਾਓ। कि वो शेर तो खैर बहुत ज़्यादा पुराना शेर है लेकिन पॉपुलर हूँ बहुत होया 10-5-7 साल तो कि बेहिम्मते ने जेड़े बह के शिकवा करन मुकद्दरां दा, बेहिम्मते ने जेड़े बह के शिकवा करन मुकद्दरां दा, उगन वाले उग पैंदे ने सीना पाड़ के पत्थरां दा, ते मंजिल दे मत्थे दे उत्ते तख्ती लगदी उन्हां दी जेड़े घरों बना के टुरदे नक्शा अपने सफरां दा। ते अजकल जेड़ा मेरा गीत उत्ते दूजा शेर जेड़ा पोस्टर ते भी दूजा पोस्टर ते लगा वो हैगा कि बदल गईयां ने शक्लां राग पुराने ने, बदल गईयां ने शक्लां राग पुराने ने, सदे सिर्फ नमें ने काग पुराने ने, ते नवीं पटारी वेख के विसर जानी ना, बीना दे सुर दसन, बीना दे सुर दसन नाग पुराने। ਬੜਾ ਬਹੁਤ ਸ਼ੁਕਰੀਆ ਜੀ ਬਾਬਾ ਨਜਮੀ। ਅਸੀਂ ਇੰਡੀਆ ਦੇ ਪ੍ਰਧਾਨ ਮੰਤਰੀ ਦੇ ਇਕਦਾਮਾਤ ਦੀ ਸਖਤੀ ਨਾਲ ਮੁਜ਼ਾਮਤ ਕਰਨੇ ਹਾਂ ਔਰ ਅਸੀਂ ਇਹ ਮੁਤਾਲਬਾ ਵੀ ਕਰਨੇ ਹਾਂ ਕਿ ਤੁਹਾਡੇ ਜਿੰਨੇ ਵੀ ਜਾਇਜ਼ ਮੁਤਾਲਬੇ ਨੇ ਉਹ ਪੂਰੇ ਕੀਤੇ ਜਾਣ ਫਿਲਫੋਰ। ਔਰ ਇਸ ਸਰਦੀ ਦੇ ਵਿੱਚ ਜਿਹੜਾ ਇੱਕ ਉਹ ਕਿਸਾਨ ਜਿਹੜਾ ਆਪਣੇ ਦਿਨ ਰਾਤ ਇੱਕ ਕਰਦਾ, ਨਾ ਠੰਡ ਵੇਖਦਾ ਨਾ ਗਰਮੀ ਵੇਖਦਾ, ਉਹ ਇਸ ਜ਼ਮੀਨ ਦੇ ਵਿੱਚੋਂ ਤੁਹਾਡੇ ਲਈ ਅਨਾਜ ਪੈਦਾ ਕਰਦਾ। ਔਰ ਅਗਰ ਇਹ ਕਿਸਾਨ ਅੱਜ ਨਾ ਹੋਏ, ਮੈਂ ਵੇਖਾਂ ਤੁਸੀਂ ਕਿਸ ਤਰ੍ਹਾਂ ਜ਼ਿੰਦਾ ਰਹਿੰਦੇ ਹੋ, ਕਿਵੇਂ ਤੁਸੀਂ ਖਾ ਪੀ ਸਕਦੇ ਹੋ। ਬਾਬਾ ਗੁਰੂ ਨਾਨਕ ਦੀ ਇਸ ਧਰਤੀ ਤੋਂ ਹੁਣ ਤੁਹਾਡੇ ਕੋਲ ਇਜਾਜ਼ਤ ਚਾਹਾਂਗਾ। ਆਪਣਾ ਬੜਾ ਖਿਆਲ ਰੱਖਿਆ ਜੇ ਔਰ ਮੈਨੂੰ ਆਪਣੀਆਂ ਦੁਆਵਾਂ 'ਚ ਯਾਦ ਰੱਖਿਆ ਜੇ।